ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। हो सबना की रेणुका, तब आओ हमारे पास। ज्ञान ध्यान किस कर्म न जाना, सार न जाना तेरी। सब ते वड्डा सतगुरु नानक, जिन कल राखी मेरी। ज्ञान ध्यान किस कर्म न जाना, नाह न निर्मल करनी। साध संगत कै अंचल लावो, बेखमा नदी जाए तरनी। सतगुरां दी साजी नवाजी गुरु रूप साध संगत, ਸਰਬੱਤ ਮਾਈ ਭਾਈ ਵਡਭਾਗੇ ਹੋ, ਜੋ ਕਿ ਮਹਾਨ ਮਹਾਂਪੁਰਖਾਂ ਸ਼ਹੀਦਾਂ ਸਿੰਘਾਂ ਦੀ, ਸਤਿਗੁਰਾਂ ਦੇ ਪਰਿਵਾਰ ਦੀ, ਹੋਰ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਦਿਹਾੜੇ ਮਨਾਉਣ ਦਾ ਬੜਾ ਸੰਗਤਾਂ ਨੇ ਉਪਰਾਲਾ ਉਤਸ਼ਾਹ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਣ। ਹੁਕਮ ਹੋਇਆ ਹੈ ਕੁਝ ਸਮੇਂ ਵਾਸਤੇ ਇਹਨਾਂ ਦਿਹਾੜਿਆਂ ਦੇ ਸੰਬੰਧ ਦੇ ਨਾਲ ਕੋਈ ਵਿਚਾਰ ਸਾਂਝੀ ਕੀਤੀ ਜਾਵੇ। ਇਸ ਵਾਸਤੇ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਬੇਨਤੀ ਪ੍ਰਵਾਨ ਕਰਨੀ, ਕਿਰਪਾ ਕਰਨੀ, ਹਾਜ਼ਰੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੇਨਤੀ ਹੈ ਕਿ ਭਾਈ ਜਿਨ੍ਹੇ ਵੀ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੈ ਉਹੀ ਸਤਿਕਾਰਯੋਗ ਹੈ। ਅਤੇ ਪਹਿਲਾਂ ਆਪ ਜੀ ਤੋਂ ਇਹ ਖਿਮਾ ਦਾ ਇਹ ਜੀਵ ਜਿਹੜਾ ਜੱਜ ਕੇ ਇਸ ਕਰਕੇ ਹੈ, ਆਪ ਜੀ ਤੋਂ ਖਿਮਾ ਮੰਗਦਾ ਹੈ ਕਿ ਭਾਈ ਜੋ ਵੀ ਵਿਚਾਰ ਆਪ ਨਾਲ ਸਾਂਝੀ ਕੀਤੀ ਜਾਣੀ ਹੈ, ਇਹਦੇ ਵਿੱਚ ਕੋਈ ਪੱਖਵਾਦੀ ਗੱਲ ਨਹੀਂ, ਜਾਂ ਕੋਈ ਇਹ ਨਾ ਕਹੇ ਸਾਡਾ ਹੈ ਫਲਾਣੇ ਦਾ ਹੈ। ਜਿਨ੍ਹੇ ਵੀ ਪਰਮੇਸ਼ਰ ਦੇ ਨਾਲ ਪ੍ਰੇਮ ਪਾਇਆ ਹੈ, ਗੁਰੂ ਜੀ ਦਾ ਹੁਕਮ ਮੰਨਿਆ ਹੈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਨੇ ਹੁਕਮ ਸਤ ਕਰਕੇ ਮੰਨਿਆ ਹੈ, ਉਹ ਸਤ ਦੇ ਅਸਲ ਅਸਥਾਨ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ ਅਤੇ ਪਰਮੇਸ਼ਰ ਦਾ ਰੂਪ ਬਣ ਗਏ ਹਨ। ਅਤੇ ਜਿਹੜਾ ਪਰਮੇਸ਼ਰ ਦਾ ਰੂਪ ਬਣ ਗਿਆ ਉਹ ਇੱਕ ਦਾ ਨਹੀਂ ਹੁੰਦਾ। ਇਹ ਬੇਨਤੀ ਇਸ ਵਾਸਤੇ ਕਰਨ ਵਾਸਤੇ ਸਮਾਂ ਮਿਲਿਆ ਹੈ ਕਿ ਕਈ ਵਾਰ ਅਸੀਂ ਇੱਕ ਦੂਜੇ ਨਾਲ ਬਹਿਸਬਾਜ਼ੀ ਕਰਦੇ ਹਾਂ, ਇਹ ਫਲਾਣਾ ਇਸ ਤਰ੍ਹਾਂ ਹੈ, ਦੂਜਾ ਇਸ ਤਰ੍ਹਾਂ ਹੈ। ਭਾਈ ਜਿਹੜਾ ਸੱਚ ਹੈ ਉਹ ਸਭ ਦਾ ਸਾਂਝਾ ਹੁੰਦਾ ਹੈ, ਭਾਵੇਂ ਕੋਈ ਕਿਸੇ ਧਰਮ ਦਾ ਹੋਵੇ, ਕੋਈ ਵੀ ਹੋਵੇ, ਕੋਈ ਪਰਮੇਸ਼ਰ ਦਾ ਪਿਆਰਾ ਹੋਵੇ। ਜਿਹੜਾ ਇੱਕ ਦਾ ਹੈ ਉਹ ਸੱਚ ਨਹੀਂ। ਜਿਹੜਾ ਸੱਚ ਹੋਵੇਗਾ ਹਰ ਥਾਂ 'ਤੇ ਉਹਦੀ ਸ਼ੋਭਾ ਹੋਵੇਗੀ, ਉਹਦਾ ਸਤਿਕਾਰ ਹੋਵੇਗਾ। ਜਿਵੇਂ ਚੰਦਰਮਾ ਸੂਰਜ, ਕੋਈ ਇਹ ਨਹੀਂ ਕਹਿ ਸਕਦਾ ਸਾਡੇ ਮੁਲਕ ਦਾ ਹੈ ਦੂਜੇ ਦਾ ਨਹੀਂ। ਇਸੇ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਾਈ, ਉਹ ਸਾਰੀ ਸ੍ਰਿਸ਼ਟੀ ਦੇ ਭਲੇ ਵਾਸਤੇ ਆਉਂਦੇ ਹਨ। ਜੋ ਵੀ ਉਹਨਾਂ ਦੀ ਪਰਮੇਸ਼ਰ ਡਿਊਟੀ ਲਾਉਂਦਾ ਹੈ ਉਹ ਕੰਮ ਕਰਕੇ ਜਾਂਦੇ ਹਨ। ਇਸ ਵਾਸਤੇ ਗੁਰੂ ਕੀ ਸਾਧ ਸੰਗਤ ਆਪ ਜੀ ਦੇ ਨਾਲ ਦੋ ਪੱਖਾਂ ਦੇ ਵਿੱਚ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਹੈ। ਮਹਾਰਾਜ ਕਿਰਪਾ ਕਰਨ, ਆਪ ਕਿਰਪਾਲਤਾ ਬਖਸ਼ਣੀ। ਇੱਕ ਜੋ ਕਿ ਬਾਬਾ ਸੰਗਤ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ, ਦੋਹਾਂ ਦੇ ਦਿਹਾੜੇ ਖਾਸ ਕਰਕੇ ਆਪਾਂ ਯਾਦ ਕਰਦੇ ਹੋਏ ਸਮੂਹ ਸ਼ਹੀਦਾਂ ਦੀ ਯਾਦ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਯਤਨ ਕੀਤਾ ਹੈ। ਸੋ ਭਾਈ ਇਹਦੇ ਵਾਸਤੇ ਜਿੰਨੀ ਵੀ ਕੋਸ਼ਿਸ਼ ਕੀਤੀ ਗਈ ਹੈ, ਵੱਧ ਤੋਂ ਵੱਧ ਯਤਨ ਕਰਕੇ ਜਿਹੜੀ ਅਸਲੀਅਤ ਵਾਲੀ ਲਿਖਤ ਜਾਪੀ ਹੈ ਉਹਦੇ ਨਾਲ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਜਾਵੇਗੀ। ਜੇ ਕੋਈ ਕਹੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ, ਭਾਈ ਲਿਖਾਰੀਆਂ ਦੀ ਵੱਖੋ ਵੱਖ ਰਹਿ ਹੁੰਦੀ ਹੈ। ਪਰਿਵਾਰ ਵਿੱਚ ਜਿਹੜੇ ਜਿੰਨੇ ਜੀ ਬੈਠੇ ਹੋਣ, ਕਿਸੇ ਕੋਲੋਂ ਕੋਈ ਬਚਨ ਸੁਣ ਤੇ ਉਹ ਸਾਰਿਆਂ ਦੀ ਇੱਕ ਰਹਿ ਕਈ ਵਾਰ ਨਹੀਂ ਹੁੰਦੀ। ਇਸੇ ਪ੍ਰਕਾਰ ਪਰਮੇਸ਼ਰ ਕਿਰਪਾ ਕਰੇ, ਆਪਾਂ ਉਹਨਾਂ ਤੋਂ ਸਿੱਖਿਆ ਲੈਣੀ ਹੈ, ਹੋਰ ਕਿਸੇ ਸ਼ੱਕ ਵਿੱਚ ਨਹੀਂ ਪੈਣਾ ਚਾਹੀਦਾ। ਸੋ ਬੇਨਤੀ ਹੈ ਕਿ ਭਾਈ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਜੋ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਜਿੰਨੀ ਕੁ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਜੀਵਨ ਵਿੱਚੋਂ ਜੋ ਕੁਝ ਵੀ ਪ੍ਰਾਪਤ ਹੋਇਆ ਹੈ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਹੈ। ਮਹਾਰਾਜ ਕਿਰਪਾ ਕਰੇ। ਸੋ ਗੁਰੂ ਪਿਆਰੀ ਸਾਧ ਸੰਗਤ,
ਜੋ ਇਹਦੇ ਬਾਰੇ ਆਪਾਂ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪਿਛੋਕੜ ਹੈ ਇਹਦੇ ਬਾਰੇ ਵਿਚਾਰ ਕਰਨੀ ਹੈ। ਕਿਉਂ ਕਹਿੰਦਾ ਦੇ ਜਨਮ ਬਾਰੇ ਦੋ ਤਿੰਨ ਰਾਇਆਂ ਹਨ। ਕਿਸੇ ਨੇ ਕਿਹਾ ਇਹਨਾਂ ਦਾ ਪਟਨੇ ਦਾ ਜਨਮ ਹੈ, ਕੋਈ ਕਹਿੰਦਾ ਦਿੱਲੀ ਦਾ ਹੈ, ਕਿਸੇ ਨੇ ਗੱਗੋਮਾਲ ਦਾ ਲਿਖਿਆ ਹੈ। ਇਸ ਪ੍ਰਕਾਰ ਜਿਹੜੀ ਵੇਰਵੇ ਵਾਲੀ ਲਿਖਤ ਮਿਲੀ ਹੈ ਉਹਦੇ ਅਨੁਸਾਰ ਆਪ ਵਿਚਾਰ ਸਰਵਣ ਕਰਨ ਦਾ ਯਤਨ ਕਰੋ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਸਾਧ ਸੰਗਤ, ਮਹਾਨ ਸ਼ਹੀਦ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ, ਇਹਨਾਂ ਦਾ ਸਮਾਂ ਜਿਹੜਾ ਹੈ ਭਾਈ ਇਹ 1649 ਤੋਂ ਆਰੰਭ ਹੁੰਦਾ ਹੈ। 1704 ਈਸਵੀ ਤੱਕ ਇਹਨਾਂ ਦਾ ਸਮਾਂ ਦੱਸਿਆ ਗਿਆ ਹੈ, ਜੀਵਨ ਯਾਤਰਾ। ਅਤੇ ਇਹਦੇ ਅਨੁਸਾਰ ਜਿਹੜੀ ਵਿਚਾਰ ਇਹ ਮਿਲੀ ਹੈ ਇਹਨਾਂ ਦੇ ਪਿਛੋਕੜ ਬਾਰੇ ਕਿ ਭਾਈ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡ ਰਾਏ ਨੰਗਲ ਪ੍ਰਸਿੱਧ ਹਨ। ਰਾਏ ਨੰਗਲ ਦਾ ਪ੍ਰਸਿੱਧ ਜੱਟ ਕੱਥੂ ਰੰਧਾਵਾ ਆਪਣੇ ਪਰਿਵਾਰ ਸਮੇਤ ਜਿੱਥੇ ਆ ਕੇ ਵਸਿਆ ਹੈ, ਉਸ ਪਿੰਡ ਦਾ ਨਾਂ ਕੱਥੂ ਨੰਗਲ ਪੈ ਗਿਆ। ਅਤੇ ਜਿਹੜਾ ਭਾਈ ਜੈਤਾ ਜੀ ਸੀ, ਇਹਨਾਂ ਦੇ ਵੱਡੇ ਵਡੇਰੇ, ਇਹਨਾਂ ਦੇ ਜਿਹੜੇ ਬੰਸ ਵਿੱਚੋਂ ਸਨ, ਖਾਨਦਾਨ, ਉਹ ਭਾਈ ਰਾਏ ਕਲਿਆਣ ਕੱਥੂ ਨੰਗਲ ਦੇ ਹੀ ਰਹਿਣ ਵਾਲੇ ਸਨ। ਅਤੇ ਇੱਥੇ ਹੀ ਉਹਨਾਂ ਦੀ ਸਾਰੀ ਜੀਵਨ ਦੀ ਜਿਹੜੀ ਸੀ ਯਾਤਰਾ ਪੂਰੀ ਹੋਈ। ਇਹਨਾਂ ਦੇ ਪੁੱਤਰ ਸ੍ਰੀ ਰਾਮ ਜਸ ਜੀ ਭਾਣ ਕੱਥੂ ਨੰਗਲ ਨੂੰ ਛੱਡ ਕੇ ਅਤੇ ਗੱਗੋਮਾਲ ਵਿੱਚ ਆ ਕੇ ਫਿਰ ਵਸੇ ਹਨ। ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਹੁਕਮ ਅਨੁਸਾਰ 1570 ਈਸਵੀ ਵਿੱਚ ਨਗਰ ਰਾਮਦਾਸ ਜਿਹਨੂੰ ਕਿਹਾ ਜਾਂਦਾ ਉਹ ਵਸਾਇਆ ਗਿਆ। ਅਤੇ ਇਹਦਾ ਪ੍ਰਬੰਧ ਬਾਬਾ ਬੁੱਢਾ ਜੀ ਦੇ ਪੜ ਪੋਤੇ ਬਾਬਾ ਝੰਡਾ ਸਿੰਘ ਜੀ ਨੂੰ ਸੌਂਪਿਆ ਗਿਆ। ਇਸੇ ਪਿੰਡ ਜੋ ਰਾਮਦਾਸ ਵਿਖੇ ਹੀ ਭਾਈ ਰਾਮ ਜਸ ਭਾਣ ਦੇ ਪੁੱਤਰ ਭਾਈ ਸਦਾਨੰਦ ਜੀ, ਅਤੇ ਉਹਨਾਂ ਦੇ ਘਰ 1649 ਈਸਵੀ ਨੂੰ ਮਾਤਾ ਪ੍ਰੇਮੋ ਜੀ, ਅਤੇ ਜਿਹੜਾ ਇਹਨਾਂ ਦਾ ਬਾਪ ਦਾ ਨਾਂ ਸਦਾਨੰਦ ਜੀ ਆਪ ਨੇ ਸਰਵਣ ਕੀਤਾ ਹੈ, ਉਹਨਾਂ ਦਾ ਜਨਮ ਹੋਇਆ ਹੈ। ਅਤੇ ਇਹ ਬੇਨਤੀ ਇਸ ਤਰ੍ਹਾਂ ਹੈ ਕਿ ਜਨਮ ਇਹਨਾਂ ਦਾ ਇੱਥੋਂ ਦਾ ਹੈ। ਫਿਰ 7ਵੇਂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇਹ ਆਪ ਜੀ ਫਿਰ ਦਿੱਲੀ ਵਿੱਚ ਜਾ ਕੇ ਰਾਏ ਸਿਨਹਾ ਕੂਚਾ ਦਿਲਵਾਲੀ ਜਗ੍ਹਾ ਦੱਸੀ ਹੈ, ਉੱਥੇ ਜਾ ਕੇ ਨਾ ਫਿਰ ਆਪਣੀ ਰਿਹਾਇਸ਼ ਕੀਤੀ ਹੈ ਅਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਜਿੰਨਾ ਚਿਰ ਇੱਥੇ ਰਹੇ ਭਾਈ ਜੈਤਾ ਜੀ ਬਾਬਾ ਝੰਡਾ ਸਿੰਘ ਦੇ ਨਾਲ ਹਰ ਕੰਮ ਵਿੱਚ ਸਲਾਹਕਾਰ ਸਨ। ਅਤੇ ਬਾਬਾ ਝੰਡਾ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਇਹਨਾਂ ਨੂੰ ਇਹ ਕਾਰਜ ਸੌਂਪਿਆ ਗਿਆ ਸੇਵਾ ਦਾ। ਅਤੇ ਬਾਬਾ ਗੁਰਦਿੱਤਾ ਜੀ ਦੀ ਸੇਵਾ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਇਹਨਾਂ ਦੀ ਸੰਗਤ ਕਰਕੇ ਉਹ ਸਿੱਖ ਬਣੇ ਅਤੇ ਮਹਾਰਾਜ ਦੇ ਹਰ ਹੁਕਮ ਨੂੰ ਮੰਨਣ ਦਾ ਇਹਨਾਂ ਯਤਨ ਕੀਤਾ। ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਮਸੰਦ ਨੂੰ ਗੁਰਿਆਈ ਮਰਜ਼ਾਦਾ ਅਨੁਸਾਰ ਬਾਬਾ ਬਕਾਲਾ ਕਹਿ ਕੇ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ ਅਤੇ ਨਾਲ ਕੁਝ ਹੋਰ ਸਿੱਖ ਗਏ। ਭਾਵ ਉਦੋਂ ਵੀ ਇਹਨਾਂ ਦੀ ਡਿਊਟੀ ਨਾਲ ਲਾਈ ਗਈ, ਉਦੋਂ ਵੀ ਗੁਰੂ ਘਰ ਦੀ ਸੇਵਾ ਵਿੱਚ ਰਹੇ। ਅਤੇ ਗੁਰੂ ਕੀ ਸਾਧ ਸੰਗਤ ਜਦੋਂ ਮਹਾਰਾਜ ਦਿੱਲੀ ਗਏ ਹਨ, ਅਤੇ ਜਿਹੜਾ ਦਿੱਲੀ ਦੇ ਵਿੱਚ ਉੱਥੇ ਕੋਤਵਾਲੀ ਦਾ ਦਰੋਗਾ ਸੀ, ਉਹਦਾ ਨਾਂ ਹੈ ਅਬਦੁਲ ਰਹਿਮਾਨ ਖਾਨ, ਉਹ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਗਿਆ। ਇਸ ਕਰਕੇ ਉਹਦੇ ਰਾਹੀਂ ਬਾਬਾ ਜੈਤਾ ਜੀ ਮਹਾਰਾਜ ਨੂੰ ਉੱਥੇ ਜਾ ਕੇ ਮਿਲ ਕੇ ਵੀ ਆਉਂਦੇ ਰਹੇ, ਬਚਨ ਵਿਲਾਸ ਵੀ ਕਰਦੇ ਰਹੇ। ਅਤੇ ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਇਹਨਾਂ ਨੂੰ ਦੱਸਿਆ ਸੀ ਕਿ ਜਿੰਨਾ ਚਿਰ ਸਾਡਾ ਇਹ ਭਾਣਾ ਨਹੀਂ ਵਰਤਦਾ ਬਲੀਦਾਨ ਦਾ, ਉਹਨਾਂ ਚਿਰ ਤੁਸੀਂ ਇਸੇ ਇਲਾਕੇ ਦੇ ਲਾਗੇ ਬੰਨੇ ਹੀ ਰਹਿਣਾ ਹੈ। ਅਤੇ ਬਾਬਾ ਜੀ ਆਪਣੀ ਡਿਊਟੀ ਵਿੱਚ ਤਤਪਰ ਰਹੇ। ਗੁਰੂ ਕੀ ਸਾਧ ਸੰਗਤ ਇਸੇ ਤਰ੍ਹਾਂ ਫਿਰ ਉੱਥੋਂ ਹੀ ਮਹਾਰਾਜ ਨੇ 10ਵੇਂ ਪਾਤਸ਼ਾਹ ਜੀ ਵੱਲ ਜਿਹੜੀ ਗੁਰਗੱਦੀ ਦੀ ਰਸਮ ਉਹ ਆਪਣੇ ਪ੍ਰੇਮੀ ਸਿੱਖਾਂ ਦੇ ਰਾਹੀਂ ਘੱਲੀ। ਅਤੇ ਬਾਬਾ ਜੀ ਦੀ ਬੰਸ ਵਿੱਚੋਂ ਭਾਈ ਰਾਮ ਕੌਰ, ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਬਖਸ਼ ਸਿੰਘ ਜੀ ਵੀ ਨਾਂ ਉਹਨਾਂ ਦਾ ਹੈ, ਉਹਨਾਂ ਨੇ ਫਿਰ ਇਹ ਗੁਰਗੱਦੀ ਦੀ ਰਸਮ ਕੀਤੀ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ 14
11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਭਾਈ ਜੈਤਾ ਜੀ ਨੇ ਫਿਰ ਉੱਥੇ ਬੜੀ ਬਹਾਦਰੀ ਕੀਤੀ, ਕਿਉਂਕਿ ਇਹਨਾਂ ਦੇ ਨਾਲ 3 ਪ੍ਰੇਮੀ 3-4 ਹੋਰ ਵੀ ਉੱਥੇ ਮਿਲੇ। ਜਿਹੜਾ ਆਪ ਜੀ ਨੂੰ ਦੱਸਿਆ ਗਿਆ ਰਾਇਆ ਸਿਨਹਾ ਉਹ ਏਰੀਆ ਹੈ ਅਤੇ ਕੂਚਾ ਦਿਲਵਾਲੀ, ਉੱਥੇ ਇਹਨਾਂ ਨੇ ਵਿਚਾਰ ਕੀਤੀ ਪਹਿਲਾਂ ਕਿ ਮਹਾਰਾਜ ਦਾ ਸੀਸ ਜਿਹੜਾ ਹੈ ਇਹਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ। ਆਪਾਂ ਆਮ ਕਰਕੇ ਫੋਟੋਆਂ 'ਤੇ ਵੇਖਦੇ ਹਾਂ ਕਿ ਭਾਈ ਬਾਬਾ ਜੈਤਾ ਜੀ ਆਪਣੇ ਕੋਲ ਕੱਪੜੇ ਵਿੱਚ ਸੀਸ ਲਈ ਜਾਂਦੇ ਹਨ, ਪਰ ਜੋ ਲਿਖਤ ਮਿਲੀ ਹੈ ਦਾਸ ਨੂੰ ਉਹ ਧਿਆਨ ਦੇ ਨਾਲ ਸੁਣਨ ਵਾਲਾ ਬਚਨ ਹੈ। ਗੁਰੂ ਕੀ ਸਾਧ ਸੰਗਤ ਇਹਨਾਂ ਫਿਰ ਵਿਚਾਰ ਇਹ ਕੀਤੀ ਹੈ। ਬਾਬਾ ਜੈਤਾ ਜੀ ਕਹਿਣ ਲੱਗੇ ਕਿ ਭਾਈ ਇਸੇ ਤਰ੍ਹਾਂ ਸੀਸ ਨਹੀਂ ਜਾ ਸਕਦਾ। ਉੱਥੇ ਲਿਖਿਆ ਹੈ ਕਿ ਇਹਨਾਂ ਕਿਹਾ ਇੱਕ ਭਾਂਡਾ ਜਿਹੜਾ ਹੈ ਵੱਡੇ ਮੂੰਹ ਵਾਲਾ ਲਿਆਉਣਾ ਅਤੇ ਉਹਦੇ ਨਾਲ ਇੱਕ ਜਿਵੇਂ ਕੋਈ ਸ਼ਗਨ ਵਾਲਾ ਕੱਪੜਾ ਹੁੰਦਾ ਹੈ ਜਰੀਦਾਰ, ਉਹਦੇ ਵਿੱਚ ਮਹਾਰਾਜ ਦਾ ਸੀਸ ਰੱਖ ਕੇ ਅਤੇ ਉੱਪਰੋਂ ਕੱਪੜਾ ਬੰਨ੍ਹ ਦਿੱਤਾ ਅਤੇ ਕਹਿੰਦੇ ਮੈਂ ਆਪਣੇ ਸਿਰ 'ਤੇ ਰੱਖ ਕੇ ਇਹ ਤੁਰਾਂਗਾ। ਕੋਈ ਇਹ ਸਮਝੇ ਕਿ ਕੋਈ ਲਾਗੀ ਆਪਣਾ ਕਿਤੇ ਕੋਈ ਲਾਗ ਲੈ ਕੇ ਜਾ ਰਿਹਾ, ਕੋਈ ਕਿਸੇ ਨੂੰ ਸ਼ਗਨ ਦੇਣ ਵਾਸਤੇ ਜਾ ਰਿਹਾ ਹੈ, ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਪ੍ਰਕਾਰ ਇਹਨਾਂ ਜੁਗਤੀ ਵਰਤੀ ਹੈ ਅਤੇ ਉਹ ਜਿਨ੍ਹਾਂ ਪ੍ਰੇਮੀਆਂ ਦੇ ਨਾਲ ਇਹਨਾਂ ਰਹਿ ਕੀਤੀ ਸੀ ਉਹਨਾਂ ਵਿੱਚੋਂ ਕੁਝ ਅੱਗੇ ਕੁਝ ਪਿੱਛੇ ਥੋੜ੍ਹਾ ਫਰਕ 'ਤੇ ਜਾਂਦੇ ਰਹੇ ਕਿ ਰਸਤੇ ਵਿੱਚ ਇਹਨਾਂ ਨੂੰ ਕੋਈ ਹੋਰ ਮੁਸ਼ਕਿਲ ਨਾ ਆਵੇ। ਗੁਰੂ ਕੀ ਸਾਧ ਸੰਗਤ ਜਿਹੜੇ ਰਸਤੇ ਗਏ ਹਨ 322 ਕਿਲੋਮੀਟਰ ਦਾ ਸਫ਼ਰ ਜਿਹੜਾ ਸੀ ਇਹਨਾਂ ਰਾਹ 'ਚ ਮੰਜ਼ਲਾਂ ਕੱਟਦਿਆਂ ਉਹ ਤੈਅ ਕੀਤਾ। ਆਮ ਬਹੁਤਾ ਕਿਤੇ ਆਰਾਮ ਨਹੀਂ ਕੀਤਾ ਅਤੇ ਇਸ ਕਰਕੇ ਜਦੋਂ ਆਪਣੀਆਂ ਮੰਜ਼ਲਾਂ ਨੂੰ ਤੈਅ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ ਅਤੇ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਜਦੋਂ ਪਤਾ ਲੱਗਾ, ਅੰਤਰਜਾਮੀ ਪਹਿਲਾਂ ਵੀ ਜਾਣਦੇ ਸਨ ਅਤੇ ਨਾਲ ਸੰਗਤਾਂ ਨੂੰ ਲੈ ਕਰਕੇ ਜਿਹੜਾ ਉੱਥੇ ਬਬਾਨਗੜ੍ਹ ਸਥਾਨ ਹੈ ਸੰਗਤਾਂ ਜਾਣਦੀਆਂ ਹਨ ਦਰਸ਼ਨ ਕਰਨ ਵਾਲੀਆਂ, ਉੱਥੇ ਜਾ ਕੇ ਮਹਾਰਾਜ ਜੀ ਅੱਗੋਂ ਇਹਨਾਂ ਨੂੰ ਮਿਲੇ ਹਨ ਅਤੇ ਸਤਿਕਾਰ ਨਾਲ ਮਹਾਰਾਜ ਜੀ ਦਾ ਸੀਸ ਨਾਲ ਲੈ ਕਰਕੇ ਆਨੰਦਪੁਰ ਸਾਹਿਬ ਪਹੁੰਚੇ, ਜਿੱਥੇ ਸੀਸਗੰਜ ਜਗ੍ਹਾ ਹੈ, ਜਿੱਥੇ ਜਾ ਕੇ ਫਿਰ ਸੀਸ ਦਾ ਮਹਾਰਾਜ ਜੀ ਦੇ ਸੀਸ ਦਾ ਸਤਿਕਾਰ ਕੀਤਾ ਗਿਆ ਹੈ। ਅਤੇ ਗੁਰੂ ਕੀ ਸਾਧ ਸੰਗਤ ਹੁਣ ਜਦੋਂ ਇੱਥੋਂ ਸੀਸ ਚੁੱਕਿਆ ਹੈ ਅਤੇ ਐਸਾ ਕੌਤਕ ਵਰਤਿਆ। ਮਹਾਰਾਜ ਨੇ ਕਿਹਾ ਸੀ ਤੂੰ ਇੱਥੇ ਰਹਿਣਾ, ਪਰਮੇਸ਼ਰ ਕਿਰਪਾ ਕਰੇਗਾ, ਤੇਰਾ ਇਹ ਕਾਰਜ ਸਫਲ ਹੋਵੇਗਾ। ਬਾਹਰੋਂ ਐਸੀ ਹਨੇਰੀ ਝੱਖੜ ਚੱਲਿਆ ਅਤੇ ਹਫੜਾ ਦਫੜੀ ਪੈ ਗਈ ਉੱਥੇ ਭੀੜ ਦੇ ਵਿੱਚ। ਇਹਨਾਂ ਉਸ ਵੇਲੇ ਫੁਰਤੀ ਕਰਕੇ ਉੱਥੋਂ ਸੀਸ ਚੁੱਕ ਲਿਆ ਅਤੇ ਮਗਰੋਂ ਜਦੋਂ ਪਤਾ ਲੱਗਾ ਕਿ ਕੋਈ ਸੀਸ ਲੈ ਗਿਆ ਹੈ ਅਤੇ ਜਿਹੜਾ ਮਹਾਰਾਜ ਦਾ ਧੜ ਸੀ ਉਹਦੇ ਲਾਗੇ ਹੋਰ ਸਖਤ ਪਹਿਰਾ ਕਰ ਦਿੱਤਾ। ਆਪ ਜਾਣਦੇ ਹੋ ਮੁੜ ਕੇ ਲੱਖੀ ਸ਼ਾਹ ਵਣਜਾਰੇ ਦੇ ਨਾਲ ਵਿਚਾਰ ਕਰਕੇ ਅਤੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਵੱਡਾ ਕਾਫਲਾ ਸੀ ਗੱਡਿਆਂ ਦਾ, ਉਹਦੇ ਵਿੱਚ ਜੁਗਤੀ ਦੇ ਨਾਲ ਸੰਖੇਪ ਵਿੱਚ ਬੇਨਤੀ ਹੈ ਉਹਨੇ ਆਪਣੇ ਜਿਹੜੀ ਹਵੇਲੀ ਸੀ ਉਹਦੀ ਘਰ ਸੀ ਜਿੱਥੇ, ਉੱਥੇ ਜਾ ਕੇ ਅੰਦਰ ਸੀਸ ਲਿਜਾ ਕਰਕੇ ਰੱਖ ਕੇ ਅਤੇ ਆਪਣੇ ਘਰ ਨੂੰ ਉਹ ਕਮਰੇ ਨੂੰ ਅੱਗ ਲਾ ਦਿੱਤੀ। ਚਾਰਨ ਕਰੋ ਸ੍ਰੀ ਵਾਹਿਗੁਰੂ ਕਿ ਕਿਸੇ ਨੂੰ ਪਤਾ ਨਾ ਲੱਗੇ ਅਤੇ ਮਹਾਰਾਜ ਦੇ ਧੜ ਦੀ ਕੋਈ ਬੇਅਦਬੀ ਸਰਕਾਰੀ ਲੋਕ ਨਾ ਕਰਨ। ਇਸ ਕਰਕੇ ਉਹਨਾਂ ਆਪਣਾ ਇਹ ਕਾਰਜ ਗੁਰੂ ਦੀ ਕਿਰਪਾ ਨਾਲ ਕੀਤਾ ਹੈ। ਗੁਰੂ ਕੀ ਸਾਧ ਸੰਗਤ ਜਦੋਂ ਮਹਾਰਾਜ ਨੇ ਫਿਰ ਇਹਨਾਂ ਦੇ ਨਾਲ ਬਚਨ ਵਿਲਾਸ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਅਤੇ ਹੁਣ ਉੱਥੇ ਇੱਕ ਬੇਨਤੀ ਹੈ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਜਿਹੜਾ ਬਾਬਾ ਜੈਤਾ ਸੀ ਇਹਨਾਂ ਨੂੰ ਜਿਹੜਾ ਕਲਗੀ ਤੋੜੇ ਦੀ ਗੱਲ ਅੱਗੇ ਆਉਣੀ ਹੈ, ਪਰ ਪਹਿਲਾਂ ਬੇਨਤੀ ਥੋੜ੍ਹੀ ਜਿਹੀ ਇੱਥੇ ਤਾਂ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਜਨਮ ਇਸ ਕਰਕੇ ਸੋ ਗੁਰੂ ਕੀ ਸਾਧ ਸੰਗਤ ਇਹ ਵਰ ਪ੍ਰਾਪਤ ਕਰਕੇ ਮਹਾਰਾਜ ਤੋਂ ਖੁਸ਼ੀਆਂ ਲਈਆਂ ਅਤੇ ਅੱਗੇ ਤੋਂ ਫਿਰ ਪੂਰਾ ਗੁਰੂ ਘਰ ਦੇ ਨਾਲ ਹੋਰ ਵੱਧ ਚੜ੍ਹ ਕੇ ਸੇਵਾ ਵਿੱਚ ਹਿੱਸਾ ਲਿਆ। ਮਹਾਰਾਜ ਦੇ ਚਰਨਾਂ ਦੇ ਵਿੱਚ ਰਹੇ ਹਾਜ਼ਰ ਅਤੇ ਗੁਰੂ ਕੀ ਸਾਧ ਸੰਗਤ ਇਹ ਵੱਡੀ ਬਹਾਦਰੀ ਕਰਕੇ ਮਹਾਰਾਜ ਤੋਂ ਇਹਨਾਂ ਸਤਿਕਾਰ ਪ੍ਰਾਪਤ ਕੀਤਾ। ਫਿਰ 1699 ਦੀ ਵਿਸਾਖੀ ਜਦੋਂ ਆਈ ਹੈ ਅਤੇ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਣਾ ਕੀਤੀ। ਉਸ ਵੇਲੇ ਮਹਾਰਾਜ ਜੀ ਨੇ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਸਿੱਖਾਂ ਨੂੰ ਛਕਾਇਆ, ਉਦੋਂ ਇਹਨਾਂ ਵੀ ਨਾਲ ਅੰਮ੍ਰਿਤ ਪਾਨ ਕਰਕੇ ਅਤੇ ਸਿੰਘ ਬਣਨਾ ਕੀਤਾ। ਇਹਨਾਂ ਦਾ ਨਾਂ ਭਾਈ ਜੀਵਨ ਸਿੰਘ ਰੱਖਿਆ ਗਿਆ। ਦੂਜੀ ਬੇਨਤੀ ਹੈ ਕਿ ਇੱਥੇ 2 ਤਰ੍ਹਾਂ ਦਾ ਨਾਂ ਆਉਂਦਾ ਹੈ। ਜਿਹੜੇ ਸਿੰਘ ਚਮਕੌਰ ਵੱਲੇ ਗਏ ਹਨ ਸਰਸਾ ਨਦੀ ਤੋਂ, ਜਦੋਂ ਪਿੱਛੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਆਏ ਹਨ, ਇੱਕ ਦਾ ਨਾਂ ਜੀਵਨ ਸਿੰਘ ਹੈ, ਇੱਕ ਦਾ ਨਾਂ ਜੀਵਨ ਸਿੰਘ ਹੈ। ਦੋਵਾਂ ਦਾ ਨਾਂ ਵੱਖ-ਵੱਖ ਆਉਂਦਾ ਹੈ, ਦੋਵਾਂ ਦਾ ਵੇਰਵਾ ਵੀ ਵੱਖ-ਵੱਖ ਹੈ। ਇਸ ਕਰਕੇ ਜਿਹੜਾ ਭੁਲੇਖਾ ਪੈਂਦਾ ਹੈ, ਜਿਹੜੇ ਗੜੀ ਦੇ ਵਿੱਚ ਸਿੰਘ ਰਹਿ ਗਏ ਸਨ ਮਗਰੋਂ, ਉਹਨਾਂ ਦਾ ਨਾਂ ਜੀਵਨ ਸਿੰਘ ਸੀ, ਉਹ ਵੀ ਮਜ਼੍ਹਬੀ ਸਿੰਘ ਸੀ। ਅਤੇ ਨਾਲ ਜਿਹੜੇ ਸੰਗਤ ਸਿੰਘ ਜੀ ਇਹਨਾਂ ਨੂੰ
ਉਹ ਮਹਾਰਾਜ ਨੇ ਜਿਵੇਂ ਡਿਊਟੀ ਦਿੱਤੀ ਸੀ, ਇਹਨਾਂ ਦੀ ਬਾਅਦ ਵਿੱਚ ਬੇਨਤੀ ਆਪ ਨਾਲ ਸਾਂਝੀ ਕੀਤੀ ਜਾਵੇਗੀ। ਤੋ ਗੁਰੂ ਕੀ ਸਾਧ ਸੰਗਤ ਇਹਨਾਂ ਅੰਮ੍ਰਿਤ ਛਕਿਆ ਹੈ ਅਤੇ ਮਹਾਰਾਜ ਦੇ ਪੁੱਤਰ ਬਣ ਕੇ ਗੁਰੂ ਘਰ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਸਮਾਂ ਬਾਕੀ ਦਾ ਇਹਨਾਂ ਸਫਲਾ ਕੀਤਾ। ਇਸ ਤੋਂ ਅੱਗੇ ਫਿਰ ਬੇਨਤੀ ਹੈ ਕਿ ਗੁਰੂ ਕੀ ਸਾਧ ਸੰਗਤ ਇਹਨਾਂ ਨੂੰ ਘੋੜ ਸਵਾਰੀ ਸ਼ਸਤਰ ਚਲਾਉਣ ਦੀ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਸੀ, ਵਿਦਿਆ ਨਾਲ ਪ੍ਰਾਪਤ ਕੀਤੀ। ਇੱਥੋਂ ਤੱਕ ਦੱਸਿਆ ਗਿਆ ਕਿ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਸਨ ਉਹਨਾਂ ਦੀ ਵੀ ਸੇਵਾ ਵਿੱਚ ਰਹੇ, ਉਹਨਾਂ ਨੂੰ ਐਸੀਆਂ ਇਹ ਵਿਦਿਆ ਸਿਖਾਉਣ ਦੇ ਵਿੱਚ ਵੀ ਇਹਨਾਂ ਆਪਣਾ ਹਾਜ਼ਰੀ ਲਵਾਈ। ਅਤੇ ਗੁਰੂ ਕੀ ਸਾਧ ਸੰਗਤ ਜਦੋਂ ਉਹਨਾਂ ਵਾਅਦਾ ਕੀਤਾ ਸੀ, ਜਿਹੜਾ ਆਪ ਜਾਣਦੇ ਹੋ ਮੁਗਲਾਂ ਨੇ ਅਤੇ ਭਾਈ ਬਾਈ ਧਾਰ ਦੇ ਰਾਜਿਆਂ ਨੇ ਆਪਣੇ ਵਾਅਦਿਆਂ ਨੂੰ ਤੋੜ ਕੇ ਜਦੋਂ ਕਿਹਾ ਸੀ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਜਾਓ। ਗੁਰੂ ਕੀ ਸਾਧ ਸੰਗਤ ਜਦੋਂ ਪਹਿਲਾਂ ਉਹਨਾਂ ਦਾ ਆਰਡਰ ਆਇਆ ਸੀ ਅਤੇ ਉਸ ਵੇਲੇ ਸਿੱਖ ਕਹਿਣ ਲੱਗੇ ਮਹਾਰਾਜ ਆਪਾਂ ਚੱਲੀਏ, ਬੜਾ ਇੱਥੇ ਕਸ਼ਟ ਝੱਲਿਆ ਹੈ, ਭੁੱਖ ਤੇ ਦਾ ਬੜਾ ਮੁਸ਼ਕਿਲ ਹੋ ਗਿਆ ਹੈ ਇੱਥੇ ਰਹਿਣਾ। ਸਤਿਗੁਰੂ ਜੀ ਨੇ ਉਸ ਦਿਨ ਇਹ ਪਹਿਲਾਂ ਬਚਨ ਕੀਤਾ, ਭਾਈ 8 ਦਿਨ ਕੱਢ ਜਾਓ ਅਤੇ ਕਿਰਪਾ ਹੋ ਜਾਵੇਗੀ, ਇਹਨਾਂ ਨੇ ਆਪੇ ਇੱਥੋਂ ਸਮਾਂ ਟਲ ਜਾਣਾ, ਚਲੇ ਜਾਣਾ ਹੈ ਅਤੇ ਜਿਹੜੀ ਆਉਣ ਵਾਲੇ ਸਮੇਂ ਦੀ ਸਿੱਖਾਂ ਨੂੰ ਕੋਈ ਮੁਸ਼ਕਿਲ ਆਉਣੀ ਹੈ ਉਹ ਨਹੀਂ ਆਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿੰਨੀਆਂ ਸਾਡੇ ਪੰਥ ਵਿੱਚ ਮੁਸ਼ਕਿਲਾਂ ਆਈਆਂ, ਜੇ ਕਿਤੇ ਕਿਰਪਾ ਹੋ ਜਾਂਦੀ, ਮਹਾਰਾਜ ਨੇ ਕਿਹਾ 8 ਦਿਨ ਕੱਢ ਜਾਓ, ਪਰ ਉਦੋਂ ਨਾ ਮੰਨੇ। ਸਤਿਗੁਰਾਂ ਨੇ ਇਹਨਾਂ ਨੂੰ ਇਹ ਨਤਾਰਾ ਵਿਖਾਉਣ ਵਾਸਤੇ ਕਿਹਾ ਚੰਗਾ ਜੇ ਤੁਸੀਂ ਜ਼ਿਆਦਾ ਕਹਿੰਦੇ ਹੋ ਤਾਂ ਤੁਹਾਨੂੰ ਵਿਖਾ ਦਿੰਦੇ ਹਾਂ, ਪਰ ਇਹਨਾਂ ਦਾ ਤਬਾਰ ਕੋਈ ਨਹੀਂ ਹੈ। ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਕਿਹਾ ਉਹਨਾਂ ਨੂੰ, ਭਾਈ ਜੇ ਤੁਸੀਂ ਸਾਨੂੰ ਇੱਥੋਂ ਲਿਜਾਣਾ ਚਾਹੁੰਦੇ ਹੋ, ਬਾਹਰ ਕੱਢਣਾ ਚਾਹੁੰਦੇ ਕਿਲੇ ਦੇ, ਅਸੀਂ ਚਲੇ ਜਾਂਦੇ ਹਾਂ, ਪਰ ਸਾਨੂੰ ਸਮਾਨ ਲੱਦਣ ਵਾਸਤੇ ਕੋਈ ਗੱਡੀਆਂ ਕੋਈ ਸਾਧਨ ਚਾਹੀਦਾ ਹੈ। ਬੈਲ ਗੱਡੀਆਂ ਦੱਸੀਆਂ ਜਾਂਦੀਆਂ, 200 ਦੇ ਲਗਭਗ ਉਹਨਾਂ ਨੇ ਦਿੱਤੀਆਂ। ਅਤੇ ਸਤਿਗੁਰਾਂ ਨੇ ਐਸੀ ਜੁਗਤੀ ਵਰਤੀ, ਘੋੜਿਆਂ ਦੀਆਂ ਟੁੱਟੀਆਂ ਕਾਠੀਆਂ, ਕੋਈ ਜੋੜੇ, ਕੋਈ ਪੁਰਾਣੇ ਫਟੇ ਕੱਪੜੇ, ਕੋਈ ਹੋਰ ਇਸ ਤਰ੍ਹਾਂ ਦਾ ਸਮਾਨ ਉਹ ਵਿੱਚ ਭਰ ਕੇ ਆਪਣੇ ਕੋਈ ਉਹਨਾਂ ਨੇ ਸਮਾਨ ਦੇ ਵਿੱਚ ਝੋਲਿਆਂ ਦੇ ਵਿੱਚ ਜਾਂ ਬੋਰਿਆਂ ਦੇ ਵਿੱਚ ਉਹਨਾਂ 'ਤੇ ਰੱਖ ਦਿੱਤਾ। ਗਾੜੀ ਮਸਾਲ 'ਚ ਹੀ ਤੁਰ ਪਏ ਅਤੇ ਉਹਨਾਂ ਨੇ ਸੋਚਿਆ ਪਤਾ ਨਹੀਂ ਕੀ ਕੁਝ ਇਹਨਾਂ ਦਾ ਲੁੱਟ ਲਈਏ, ਰਾਹ ਵਿੱਚ ਬੇਈਮਾਨੀ ਕਰਕੇ ਫਿਰ ਲੁੱਟਣ ਪੈ ਗਏ। ਜਦੋਂ ਉਹਨਾਂ ਨੇ ਸਮਾਨ ਫੋਲ ਕੇ ਵੇਖਿਆ ਤਾਂ ਬੜੇ ਸ਼ਰਮਿੰਦੇ ਹੋਏ। ਮਹਾਰਾਜ ਜੀ ਸਿੱਖਾਂ ਨੂੰ ਕਹਿਣ ਲੱਗੇ ਹੁਣ ਦੱਸੋ, ਤੁਹਾਨੂੰ ਕਿਹਾ ਸੀ ਤੁਸੀਂ ਨਹੀਂ ਮੰਨੇ। ਇਸ ਕਰਕੇ ਬਾਅਦ 'ਚ ਉਹ ਵੀ ਪਛਤਾਏ ਕਿ ਅਸਾਂ ਮਾੜਾ ਕੀਤਾ ਹੈ, ਹੁਣ ਕਿਵੇਂ ਹੋਵੇਗਾ, ਹੁਣ ਗੁਰੂ ਸਾਹਿਬ ਨੇ ਕਿਲ੍ਹਾ ਨਹੀਂ ਛੱਡਣਾ। ਫਿਰ ਉਹਨਾਂ ਨੇ ਮੁਸਲਮਾਨਾਂ ਨੇ ਕੁਰਾਨ ਦੀ ਕਸਮ ਜਿਹੜੀ ਚੁੱਕੀ ਅਤੇ ਜਿਹੜੇ 22 ਧਾਰ ਦੇ ਰਾਜੇ ਹਿੰਦੂ ਸਨ ਉਹਨਾਂ ਨੇ ਗਊ ਦੀ ਕਸਮ ਖਾਧੀ ਹੈ ਕਿ ਮਹਾਰਾਜ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਸੀਂ ਇਹ ਕਿਲ੍ਹਾ ਛੱਡ ਜਾਓ, ਤੁਹਾਨੂੰ ਕੁਝ ਨਹੀਂ ਕਹਿੰਦੇ। ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਉਦੋਂ ਕਹਿ ਦਿੱਤਾ ਸੀ, ਭਾਈ ਤੁਹਾਡਾ ਤਬਾਰ ਨਹੀਂ, ਅਸੀਂ ਤੁਹਾਡੇ ਧਰਮ ਦਾ ਸਤਿਕਾਰ ਕਰਦੇ ਹਾਂ, ਤੁਸੀਂ ਆਪਣੇ ਧਰਮ ਦੀ ਪਾਲਣਾ ਨਹੀਂ ਕਰ ਸਕਦੇ, ਕਿਸੇ ਦਾ ਕਿੱਥੋਂ ਲਿਹਾਜ਼ ਕਰੋਗੇ। ਅਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਫਿਰ ਜਦੋਂ ਮਹਾਰਾਜ ਕਿਲ੍ਹਾ ਛੱਡ ਕੇ ਤੁਰੇ ਹਨ, ਆਪ ਜਾਣਦੇ ਹੋ 6 ਪੋਹ ਦੀ ਰਾਤ, ਅਤੇ ਇਹਨਾਂ ਨੇ ਫਿਰ ਵਾਅਦਾ ਤੋੜ ਕੇ ਜਦੋਂ ਮਹਾਰਾਜ ਸਰਸਾ ਨੇੜੇ ਕੰਢੇ 'ਤੇ ਆ ਗਏ ਹਨ, ਸਰਸਾ ਨਦੀ ਦੇ ਉੱਥੇ ਇੱਕ ਝੰਖੀਆ ਪਿੰਡ ਹੈ ਲਾਗੇ। ਇਹ ਵਿਚਾਰ ਸਰਵਣ ਕਰਨ ਵਾਲੀ ਹੈ, ਜਿੱਥੇ ਝੰਖੀਆ ਪਿੰਡ ਦਾ ਏਰੀਆ ਆਉਂਦਾ ਸਰਸਾ ਕੰਢੇ, ਉਹ ਨਰਮੋਹਗੜ੍ਹ ਤੋਂ ਪਹਿਲਾਂ ਹੱਲਾ ਕਰਕੇ ਪਏ, ਫਿਰ ਉੱਥੇ ਜਾ ਕੇ ਮਗਰ ਉਹਨਾਂ ਨੇ ਟਾਕਰਾ ਕਰ ਲਿਆ ਅਤੇ ਸਤਿਗੁਰੂ ਜੀ ਦੇ ਸਿੱਖ ਜਿਹੜੇ ਸਨ ਉੱਥੇ ਮੁਕਾਬਲਾ ਕਰਦੇ ਰਹੇ। ਬਾਬਾ ਅਜੀਤ ਸਿੰਘ ਜੀ ਵੀ ਪਹਿਲਾਂ ਉਸੇ ਮੁਕਾਬਲੇ ਵਿੱਚ ਸਨ। ਫਿਰ ਇਹ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਸਤਿਗੁਰਾਂ ਦੇ ਹੁਕਮ ਅਨੁਸਾਰ ਉੱਥੋਂ ਘੇਰੇ ਤੋਂ ਅੱਗੇ ਕਰਕੇ ਮਹਾਰਾਜ ਦੇ ਵੱਲੇ ਤੋਰ ਦਿੱਤਾ ਅਤੇ ਆਪ ਫਿਰ ਉਹਨਾਂ ਦੇ ਨਾਲ ਟੱਕਰ ਲੈਣ ਵਾਸਤੇ ਇੱਥੇ ਡਟ ਗਏ। ਗੁਰੂ ਕੀ ਸਾਧ ਸੰਗਤ ਇਸ ਤਰ੍ਹਾਂ ਸਰਸਾ ਕੰਢੇ ਬਹੁਤ ਵੱਡਾ ਘਮਸਾਨ ਦਾ ਜੰਗ ਹੋਇਆ। ਕਈ ਉੱਥੇ ਸਿੱਖ ਵੀ ਜਿਹੜੇ ਸਨ ਸਿੰਘ ਮਹਾਰਾਜ ਦੇ, ਉਹ ਆਪਣਾ ਤਨ ਮਨ ਲੇਖੇ ਲਾ ਗਏ। ਉੱਥੇ ਬੇਅੰਤ ਵੈਰੀਆਂ ਦੀ ਫੌਜ ਜਿਹੜੀ ਸੀ ਉਹ ਵੀ ਖਤਮ ਹੋ ਗਈ। ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਅੱਗੇ ਜੋ ਸਰਸਾ ਨਦੀ ਤੋਂ ਪਾਰ ਕਰਨ ਵੇਲੇ ਜੋ ਕੁਝ ਹੋਇਆ ਆਪ ਜਾਣਦੇ ਹੋ। ਪਰਿਵਾਰ ਦੇ ਵੱਖ-ਵੱਖ ਹਿੱਸੇ ਹੋ ਗਏ ਅਤੇ ਬਾਕੀ ਜਿਹੜੇ ਸਿੰਘ ਸਨ ਉਹ ਮਹਾਰਾਜ ਦੇ ਨਾਲ ਜਦੋਂ ਚਮਕੌਰ ਸਾਹਿਬ ਪਹੁੰਚੇ ਹਨ, ਹੋਰ ਮੰਜ਼ਲਾਂ ਕੱਟਦੇ ਹੋਏ, ਅਤੇ ਉੱਥੇ ਜਾ ਕਰਕੇ ਫਿਰ ਜਿਵੇਂ ਵੱਖ-ਵੱਖ ਸਮੇਂ ਨੂੰ ਵਿਚਾਰਦੇ ਹੋਏ ਕੁਝ ਸਿੰਘਾਂ ਦੇ ਜਥੇ ਬਣਾ ਕੇ ਬਾਹਰ ਗੜੀ 'ਚੋਂ ਘੱਲਦੇ ਰਹੇ। ਅਤੇ ਮਗਰੋਂ ਜਦੋਂ ਸਾਰੇ 11 ਸਿੰਘ ਰਹਿ ਗਏ ਗੁਰੂ ਮਹਾਰਾਜ ਦੇ ਸਮੇਤ, ਸਾਹਿਬਜ਼ਾਦਿਆਂ ਸਮੇਤ, ਬਾਕੀ ਸਾਰੇ ਸ਼ਹੀਦੀਆਂ ਪਾ ਗਏ ਹਨ। ਅਤੇ ਸਤਿਗੁਰਾਂ ਨੇ ਕਿਹਾ ਹੁਣ ਅਸੀਂ ਆਪ ਮੈਦਾਨ ਵਿੱਚ ਜਾਂਦੇ ਹਾਂ। ਗੁਰੂ ਕੀ ਸਾਧ ਸੰਗਤ ਉਸ ਵੇਲੇ ਸਿੱਖਾਂ ਨੇ ਸੋਚਿਆ ਮਹਾਰਾਜ ਇੱਕ ਸਾਡੀ ਬੇਨਤੀ ਹੈ ਕਿ ਆਪ ਸਲਾਮਤ ਰਹੋਗੇ ਅਤੇ ਸਾਡੇ ਵਰਗੇ ਕਈ ਸਿੰਘ ਬਣਾ ਲਓਗੇ, ਅਤੇ ਜੇ ਆਪ ਇਸ ਮੈਦਾਨ ਵਿੱਚ ਆ ਗਏ
ਸ਼ਹੀਦੀ ਪ੍ਰਾਪਤ ਕਰ ਗਏ ਤੇ ਖਾਲਸੇ ਪੰਥ ਦੀ ਅਗਵਾਈ ਕੌਣ ਕਰੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ ਉਸ ਵੇਲੇ ਉਹਨਾਂ ਨੂੰ ਯਾਦ ਆ ਗਿਆ ਕਿ ਮਹਾਰਾਜ ਨੇ ਜਦੋਂ ਅੰਮ੍ਰਿਤ ਛਕਾਇਆ ਹੈ ਤੇ ਨਾਲ ਇਹ ਬਚਨ ਕੀਤਾ ਸੀ ਕਿ ਜਿੱਥੇ ਪੰਜ ਸਿੰਘ ਰਹਿਤਵਾਨ ਹੋਣਗੇ ਉਹ ਜੋ ਵੀ ਬਚਨ ਕਰਨਗੇ ਮੇਰੇ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਮੌਕੇ 'ਤੇ ਸਿਆਣਪ ਤੇ ਸ਼ਸਤਰ ਜਿਹੜਾ ਕੰਮ ਆ ਜਾਵੇ ਉਹ ਮੰਨਿਆ ਜਾਂਦਾ ਹੈ। ਉਹਨਾਂ ਨੇ ਇਸ ਵਿਉਂਤ ਅਨੁਸਾਰ ਕਿਹਾ ਕਿ ਆਪਾਂ ਪੰਜ ਸਿੱਖ ਇਕੱਠੇ ਹੋ ਕੇ ਮਹਾਰਾਜ ਦੇ ਨਾਲ ਇਹ ਵਿਚਾਰ ਕਰੀਏ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪ ਜੀ ਦਾ ਇਹ ਬਚਨ ਜਿਵੇਂ ਹੈ ਅਸੀਂ ਪੰਜਾਂ ਦੇ ਰੂਪ ਵਿੱਚ ਆਪ ਨੂੰ ਕਹਿ ਰਹੇ ਹਾਂ, ਤੁਸੀਂ ਗੜੀ ਨੂੰ ਛੱਡ ਜਾਓ ਤੇ ਅਸੀਂ ਇੱਥੇ ਆਪਣਾ ਜਿਹੜਾ ਮਗਰੋਂ ਜਿੰਨਾ ਵੀ ਹੋ ਸਕੇ ਇਸ ਕੰਮ ਵਿੱਚ ਹਿੱਸਾ ਪਾ ਕੇ ਤਨ ਮਨ ਤੁਹਾਡੇ ਚਰਨਾਂ ਤੋਂ ਵਾਰ ਦਿੰਦੇ ਹਾਂ। ਗੁਰੂ ਕੀ ਸਾਧ ਸੰਗਤ ਸਤਿਗੁਰਾਂ ਕਿਹਾ, ਭਾਈ ਤੁਹਾਡਾ ਬਚਨ ਮੰਨ ਜਾਂਦੇ ਹਾਂ ਪਰ ਅਸੀਂ ਚੋਰੀ ਨਹੀਂ ਜਾਣਾ। ਕੋਈ ਇਹ ਨਾ ਕਵੇ ਗੁਰੂ ਚੋਰੀ ਚਲਿਆ ਗਿਆ। ਅੱਜ ਵੀ ਕਈ ਐਸੇ ਪ੍ਰਚਾਰਕ ਕਹਿ ਦਿੰਦੇ ਹਨ, ਪਿੱਛੇ ਜੇ ਵੀ ਇੱਕ ਇੱਥੇ ਆਪਣੇ ਇਲਾਕੇ 'ਚ ਆਇਆ ਸੀ ਬੜਾ ਮਸ਼ਹੂਰ, ਉਹਨੂੰ ਕਿਹਾ ਜਾਂਦਾ, ਪਰ ਉਹਨੇ ਕਿਸੇ ਹੋਰ ਲਾਗਤਬਾਜ਼ੀ ਦੇ ਕਾਰਨ ਇਹ ਉਲਟਾ ਪ੍ਰਚਾਰ ਕਰ ਦਿੱਤਾ ਕਿ ਮਹਾਰਾਜ ਨੇ ਤਾੜੀ ਨਹੀਂ ਵਜਾਈ। ਉਹਨੂੰ ਇਹ ਨਹੀਂ ਪਤਾ ਜਫਰਨਾਮੇ ਦੇ ਵਿੱਚ ਮਹਾਰਾਜ ਨੇ ਸਾਰੀ ਗੱਲ ਲਿਖੀ ਹੈ। ਉੱਥੇ ਲਿਖਿਆ ਹਿੰਦ ਪੀਰੇ ਮੇਰਵਦ, 3 ਵਾਰ ਸਤਿਗੁਰਾਂ ਨੇ ਇਹ ਬਚਨ ਕਿਹਾ, ਹਿੰਦ ਪੀਰੇ ਮੇਰਵਦ, ਹਿੰਦ ਪੀਰੇ ਮੇਰਵਦ, ਭਾਵ ਜਿਹੜਾ ਹਿੰਦ ਦਾ ਗੁਰੂ ਜਾ ਰਿਹਾ ਹੈ, ਜਿਹਨੇ ਫੜਨਾ ਫੜ ਲਓ। ਇਸ ਕਰਕੇ ਜੇ ਸਤਿਗੁਰਾਂ ਆਪ ਉਹ ਬਚਨ ਕੀਤਾ ਤਾਂ ਝੂਠ ਕਿਵੇਂ ਹੋਗਾ। ਤਾੜੀ ਸਾਹਿਬ ਜਿਹੜਾ ਗੁਰਦੁਆਰਾ ਬਣਾਇਆ ਗਿਆ ਤੇ ਗੁਰੂ ਕੀ ਸਾਧ ਸੰਗਤ ਇਸੇ ਕਰਕੇ ਬਣਾਇਆ ਗਿਆ ਤੇ ਗੁਰੂ ਕੀ ਸਾਧ ਸੰਗਤ ਜਿਹੜੇ ਪਿੱਛੋਂ ਸਿੱਖ ਰਹਿ ਗਏ, ਮਹਾਰਾਜ ਨੇ ਉਹਨਾਂ ਨੂੰ ਜਿਵੇਂ ਸਮਝਾਇਆ ਸੀ ਉਸੇ ਤਰ੍ਹਾਂ ਮਗਰੋਂ ਉਹਨਾਂ ਨੇ ਆਪਣੀ ਡਿਊਟੀ ਨਿਭਾਈ। ਤੇ ਜਿਹੜਾ ਸੰਗਤ ਸਿੰਘ ਸੀ ਗੁਰੂ ਕੀ ਸਾਧ ਸੰਗਤ, ਇਹਦਾ ਵੀ ਹੁਣ ਆਪ ਜੀ ਦੇ ਨਾਲ ਵਿਚਾਰ ਕਰਕੇ ਆ ਤੋਂ ਖਿਮਾ ਦਾ ਇਹ ਜੀਵ ਜਾਚਕ ਹੋਏਗਾ, ਉਹਦਾ ਜਿੰਨਾ ਕੁ ਜੀਵਨ ਮਹਾਰਾਜ ਦੀ। ਇਹ ਬਾਬਾ ਸੰਗਤ ਸਿੰਘ ਜੀ ਹੋਏ ਹਨ। ਇਹਨਾਂ ਦਾ ਜਿਹੜਾ ਜਨਮ ਹੈ 25 ਅਪ੍ਰੈਲ 1667 ਨੂੰ ਭਾਈ ਰਣੀਆਂ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਤੇ ਬਾਬਾ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ 4 ਮਹੀਨੇ ਛੋਟੇ ਸੀ। ਕਿਸੇ ਲਿਖਾਰੀ ਨੇ 1 ਦਿਨ ਵੀ ਲਿਖਿਆ ਹੈ, ਪਰ ਇਹ ਲਿਖਤ ਦੇ ਅਨੁਸਾਰ ਜਿਹੜਾ 4 ਮਹੀਨੇ ਪਤਾ ਲੱਗਾ ਹੈ। ਤੇ ਇਹਨਾਂ ਦਾ ਚਿਹਰਾ ਮੋਹਰਾ ਹੂਬਹੂ ਦਸ਼ਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਜਾਤਾਂ ਪਾਤਾਂ ਵਾਲਾ ਫਰਕ ਮਿਟਾਇਆ ਤੇ ਸੰਗਤਾਂ ਦੇ ਵਿੱਚ ਕਿਹਾ ਕਿ ਭਾਈ ਜਿਹੜਾ ਇੱਥੇ ਆ ਕੇ ਸੰਗਤ ਵਿੱਚ ਹਾਜ਼ਰੀ ਲਵਾਉਂਦਾ ਹੈ, ਗੁਰੂ ਕੇ ਹੁਕਮ ਅਨੁਸਾਰ ਚੱਲਦਾ ਹੈ, ਗੁਰੂ ਰਾਮਦਾਸ ਦਾ ਉਹ ਸਿੱਖ ਮੰਨਿਆ ਜਾਂਦਾ ਹੈ। ਇਸ ਕਰਕੇ ਵੀ ਕਈਆਂ ਨੂੰ ਰਮਦਾਸੀ ਕਿਹਾ ਗਿਆ। ਕਈ ਕਹਿੰਦੇ ਰਵਿਦਾਸੀਏ ਜਿਹੜੇ ਰਵਿਦਾਸ ਭਗਤ ਦੇ ਵਿੱਚੋਂ ਹੋਏ ਉਹ ਵੱਖਰਾ ਜ਼ਿਕਰ ਹੈ, ਪਰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆਉਣ ਕਰਕੇ ਵੀ ਇਹਨਾਂ ਦਾ ਇਹ ਨਾਲ ਲਕਬ ਲੱਗਾ ਰਿਹਾ। ਗੁਰੂ ਕੀ ਸਾਧ ਸੰਗਤ ਇਸ ਕਰਕੇ ਉਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਰਮਦਾਸੀਏ ਸਿੱਖ ਵੀ ਕਿਹਾ ਗਿਆ ਇਹਨਾਂ ਦੇ ਖਾਨਦਾਨ ਨੂੰ। ਤੇ ਗੁਰੂ ਕੀ ਸਾਧ ਸੰਗਤ ਅੱਗੇ 6ਵੇਂ ਪਾਤਸ਼ਾਹ ਵੇਲੇ ਮੀਰੀ ਪੀਰੀ ਦੇ ਜਿਹੜੇ ਸਤਿਗੁਰੂ ਮਾਲਕ ਸਨ ਤੇ ਜਦੋਂ ਉਹਨਾਂ ਨੇ ਵੱਖ-ਵੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਸਾਨੂੰ ਭਾਈ ਚੰਗੇ ਜਵਾਨ ਤੇ ਸ਼ਸਤਰ ਤੇ ਘੋੜਿਆਂ ਦੀ ਜ਼ਰੂਰਤ ਹੈ, ਇਹਨਾਂ ਵਿੱਚ ਜਾ ਕਰਕੇ ਨਾ ਪ੍ਰਚਾਰ ਕੀਤਾ। ਮਹਾਰਾਜ ਦਾ ਹੁਕਮ ਜਿਹੜਾ ਸੀ ਸੰਗਤਾਂ ਨੂੰ ਸੁਣਾਉਣਾ ਕੀਤਾ ਹੈ। ਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਕੁਝ ਮਾਲਵੇ ਦੇ, ਕੁਝ ਦੁਆਬੇ ਦੇ, ਮੁਕਤਸਰ ਦੇ ਲਾਗੇ ਇੱਕ ਖੁੱਡਾ ਪਿੰਡ ਦੱਸਿਆ ਗਿਆ ਹੈ। ਤੇ ਉੱਥੋਂ ਦੇ ਕੋਈ ਸੰਗਤਾਂ ਆਈਆਂ ਤੇ ਉਹ ਕਹਿਣ ਲੱਗੀਆਂ, ਮਹਾਰਾਜ ਅਸੀਂ ਗਰੀਬ ਹਾਂ, ਸਾਡੇ ਸਰੀਰ ਹਾਜ਼ਰ ਹਨ, ਅਸੀਂ ਹੋਰ ਕੋਈ ਭੇਟਾ ਨਹੀਂ ਲਿਆ। ਸੂਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗਰਾਇਆ, ਹੁਸ਼ਿਆਰਪੁਰ ਦੇ ਅਨੇਕਾਂ ਸਿੱਖ ਸ਼ਾਮਲ ਸਨ। ਤੇ ਗੁਰੂ ਕੀ ਸਾਧ ਸੰਗਤ ਜੰਡੂ ਸਿੰਘਾ ਦੇ ਇਹ ਭਾਈ ਬੁੱਧਾ ਜੀ ਤੇ ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੋ ਜੀ ਸ਼ਾਮਲ ਸਨ। ਭਾਈ ਭਾਨੋ ਜੀ ਬਾਬਾ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ, ਜਿਨ੍ਹਾਂ ਦੇ ਗਾੜੀ ਪੋਤਰੇ ਹੋਏ। ਤੇ ਗੁਰੂ ਕੀ ਸਾਧ ਸੰਗਤ ਭਾਈ ਇਹਨਾਂ ਦਾ ਪੁੱਤਰ ਸੀ ਭਾਈ ਭਾਨੋ ਜੀ ਦਾ ਰਣੀਆਂ, ਤੇ ਰਣੀਆਂ ਭਾਈ ਜੀ ਦੇ ਘਰ ਫਿਰ ਇਹਨਾਂ ਨੇ ਆਪਣਾ ਜਨਮ ਧਾਰਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੰਗਾਂ ਦੇ ਵਿੱਚ ਵੀ ਸ਼ਾਮਲ ਰਹੇ, ਬਹਾਦਰੀ ਦੇ ਜੌਹਰ ਦਿਖਾਏ। ਤੇ ਜਦੋਂ ਮੱਖਣ ਸ਼ਾਹ ਲਬਾਣੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਬਾਬੇ ਬਕਾਲੇ ਆਣ ਕੇ ਲੱਭਣਾ ਕੀਤਾ ਹੈ, ਉਸ ਵੇਲੇ ਇਹ ਭਾਈ ਰਣੀਆਂ ਜੀ ਗੁਰੂ ਦਰਸ਼ਨਾਂ ਲਈ ਉਸ ਵੇਲੇ ਆਮ ਸੰਗਤਾਂ ਤੋਂ ਪਹਿਲਾਂ ਪਹੁੰਚੇ, ਜੋ ਬਾਬਾ ਸੰਗਤ ਸਿੰਘ ਜੀ ਦੇ ਬਾਪ ਸਨ। ਤੇ ਮਹਾਰਾਜ ਦੀਆਂ ਇਹਨਾਂ ਉਸ ਵੇਲੇ ਵੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗੁਰੂ ਕੀ ਸਾਧ ਸੰਗਤ ਸਾਰਾ ਪਰਿਵਾਰ ਮਹਾਰਾਜ ਦੀ ਸੇਵਾ ਵਿੱਚ ਜੁਟ ਗਿਆ। ਤੇ ਇਸ ਕਰਕੇ ਇਸ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦੀ ਰਚਨਾ ਕੀਤੀ ਹੈ ਤੇ ਪਰਿਵਾਰ ਸਾਰਾ ਉੱਥੇ ਚਲਿਆ ਗਿਆ। ਫਿਰ ਅਗਲਾ ਸਮਾਂ ਆਇਆ,
ਮਹਾਰਾਜ ਜੀ ਸੰਗਤਾਂ ਨੂੰ ਉਤਾਰਨ ਵਾਸਤੇ ਦੌਰੇ 'ਤੇ ਤੁਰੇ ਤੇ ਇਹਨਾਂ ਦਾ ਪਰਿਵਾਰ ਵੀ ਨਾਲ ਹੀ ਤੁਰਿਆ ਹੈ। ਉਸ ਵੇਲੇ ਗੁਰੂ ਕੀ ਸਾਧ ਸੰਗਤ ਹੋਰ ਥਾਵਾਂ 'ਤੇ ਹੁੰਦੇ ਹੋਏ ਸੰਗਤਾਂ ਨੂੰ ਉਤਾਰਦੇ। ਮਹਾਰਾਜ ਨਾਵੇਂ ਪਾਤਸ਼ਾਹ ਪਰਿਵਾਰ ਸਮੇਤ ਦੇ ਨਾਲ ਇਹਨਾਂ ਦਾ ਪਰਿਵਾਰ ਸੇਵਾ ਵਿੱਚ ਹੈ, ਨਾਲੇ ਨਾਲ ਯਾਤਰਾ ਕਰਦੇ ਹਨ। ਤੇ ਜਦੋਂ ਪਟਨੇ ਸਾਹਿਬ ਜਾ ਕੇ ਇਹਨਾਂ ਨੇ ਉੱਥੇ ਫਿਰ ਰਿਹਾਇਸ਼ ਕੀਤੀ ਹੈ। ਤੇ ਗੁਰੂ ਕੀ ਸਾਧ ਸੰਗਤ ਇਹਨਾਂ ਦਾ ਜਨਮ ਵੀ ਪਟਨੇ ਹੋਇਆ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਅਵਤਾਰ ਪਟਨੇ ਸਾਹਿਬ ਧਾਰਿਆ ਹੈ। ਸਿਰਫ ਇਹਨਾਂ ਦਾ 4 ਮਹੀਨਿਆਂ ਦਾ ਅੰਤਰ ਹੈ। ਤੇ ਫਿਰ ਮਹਾਰਾਜ ਦੇ ਨਾਲ ਹੀ ਛੋਟੇ ਹੁੰਦੇ ਖੇਡਾਂ ਖੇਡਦੇ ਰਹੇ, ਕਈ ਤਰ੍ਹਾਂ ਦੇ ਕੌਤਕ ਕੀਤੇ। ਮੈਨੀ ਰਾਣੀ ਦੇ ਘਰ ਇੱਕ ਦਿਨ ਮਹਾਰਾਜ ਨੇ ਪਰਖਣ ਵਾਸਤੇ ਆਪਣੇ ਥਾਂ ਬਾਬਾ ਸੰਗਤ ਸਿੰਘ ਜੀ ਨੂੰ ਭੇਜ ਦਿੱਤਾ ਕਿ ਵੇਖੀਏ ਕਿ ਰਾਣੀ ਪਛਾਣ ਲੈਂਦੀ ਕਿ ਨਹੀਂ। ਤੇ ਰਾਣੀ ਨੇ ਮਹਾਰਾਜ ਦੇ ਨਾਲ ਮਿਲਦਾ ਜੁਲਦਾ ਚਿਹਰਾ ਵੇਖ ਕੇ ਕਿਹਾ, ਕੋਈ ਨਹੀਂ, ਇਹ ਤੁਹਾਡੇ ਕੌਤਕਾਂ ਨੂੰ ਮੈਂ ਪਛਾਣ ਲਿਆ ਤੁਹਾਡੀ ਕਿਰਪਾ ਨਾਲ, ਪਰ ਇਹ ਵੀ ਮੇਰਾ ਬੇਟਾ ਹੈ, ਤੁਸੀਂ ਮੇਰੇ ਬੇਟੇ ਹੋ। ਤੇ ਦੋਵਾਂ ਨੂੰ ਇੱਕੋ ਜਿਹਾ ਸਤਿਕਾਰ ਕੀਤਾ ਤੇ ਜਿਹੜਾ ਭੋਜਨ ਛਕਾਉਂਦੇ ਸੀ ਛਕਾਇਆ ਗਿਆ। ਫਿਰ ਮਹਾਰਾਜ ਛੋਟੀ ਉਮਰ ਵਿੱਚ ਜਿਹੜੀਆਂ 2 ਫੌਜਾਂ ਬਣਾ ਕੇ 2 ਟੋਲੇ ਉਹਨਾਂ ਤੋਂ ਸਿਖਲਾਈ ਕਰਾਉਂਦੇ ਸਨ ਜੰਗ ਦੀ। ਇੱਕ ਦਾ ਆਪ ਆਗੂ ਬਣਦੇ, ਇੱਕ ਟੋਲੇ ਦਾ ਭਾਈ ਸੰਗਤ ਸਿੰਘ ਜੀ ਨੂੰ ਬਣਾਉਂਦੇ। ਤੇ ਇਸ ਕਰਕੇ ਐਸੇ ਕੌਤਕ ਕਰਕੇ ਉਹਨਾਂ ਨੂੰ ਨਿਪੁੰਨ ਕੀਤਾ ਹਰ ਕਾਰਜ ਦੇ ਵਿੱਚ। ਤੇ ਗੁਰੂ ਕੀ ਸਾਧ ਸੰਗਤ ਫਿਰ ਅੰਮ੍ਰਿਤ ਛਕ ਕੇ ਇਹਨਾਂ ਵੀ ਸਿੰਘ ਸੱਜਣਾ ਕੀਤਾ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਪ੍ਰਚਾਰ ਕਰਨ ਵਾਸਤੇ ਮਾਲਵੇ ਦੀ ਸੰਗਤ ਨਾਲ ਇੱਧਰ ਘੱਲ ਦਿੱਤਾ ਕਿ ਉੱਥੇ ਜਾ ਕੇ ਸੰਗਤਾਂ ਨੂੰ ਇਸ ਗੱਲ ਤੋਂ ਚਾਨਣਾ ਪਾਓ। ਸ਼ਸਤਰ ਧਾਰੀ ਤੇ ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ, ਸਾਰੀਆਂ ਗੱਲਾਂ ਵਿੱਚ ਇਹਨਾਂ ਨੂੰ ਕਾਮਯਾਬ ਕਰ ਦਿੱਤਾ। ਇਹਨਾਂ ਦੇ ਉਸ ਵੇਲੇ ਦੀ ਨਿਸ਼ਾਨੀ ਜੋ ਮਹਾਰਾਜ ਦਾ ਹੁਕਮਨਾਮਾ ਸੀ, ਉਹ ਹੁਕਮਨਾਮੇ ਦੀ ਅਸਲ ਕਾਪੀ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਪ੍ਰਬੰਧਕਾਂ ਕੋਲ ਅਜੇ ਹੈ। ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਸੋ ਗੁਰੂ ਕੀ ਸਾਧ ਸੰਗਤ ਜਦੋਂ ਅਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਨੂੰ ਫੌਜਾਂ ਨੇ ਘੇਰਾ ਪਾਇਆ ਸੀ ਤੇ ਘੇਰਾ ਇਹਨਾਂ ਤੰਗ ਕਰ ਦਿੱਤਾ ਕਿ ਬਾਹਰੋਂ ਰਸਤ ਪਾਣੀ ਆਉਣਾ ਬੰਦ ਹੋ ਗਿਆ। ਤੇ ਜਿਵੇਂ ਮਹਾਰਾਜ ਦੇ ਸਿੰਘ ਯਤਨ ਕਰਕੇ ਬਾਹਰੋਂ ਰਸਤਾ ਬਸਤਾ ਖਾਣਾ ਲਿਆਉਂਦੇ ਸਨ, ਉਹਨਾਂ ਦੇ ਵਿੱਚ ਵੀ ਇਹਨਾਂ ਦੀ ਡਿਊਟੀ ਹੁੰਦੀ ਸੀ। ਬੜੀ ਘਾਲਣਾ ਕਾਲੀ ਹੈ। ਕਾਰਨ ਇਹ ਕਿ ਆਖਰ ਦਸੰਬਰ 1704 ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਦੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ 'ਤੇ ਜਦੋਂ ਮਹਾਰਾਜ ਨੂੰ ਕਿਹਾ ਕਿ ਆਪਾਂ ਇਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਈਏ, ਕਿਲ੍ਹਾ ਛੱਡ ਦਿੱਤਾ। ਸਰਸਾ 'ਤੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਇਸ ਵਹੀਰ ਨੂੰ, ਪੈਦਲ ਵਹੀਰ ਨੂੰ ਉੱਥੇ ਡਿਊਟੀ ਲਾ ਦਿੱਤੀ। ਇਹਨਾਂ ਵਿੱਚੋਂ 4 ਸਿੱਖਾਂ ਦੇ ਦਸਤੇ ਬਣਾ ਦਿੱਤੇ ਤੇ ਉਹਨਾਂ ਨੇ ਪਿੱਛੋਂ ਵੈਰੀ ਦਾ ਟਾਕਰਾ ਕਰਨਾ ਚਾਹਿਆ। ਗੁਰੂ ਕੀ ਸਾਧ ਸੰਗਤ ਇਸ ਸਮੇਂ ਜੰਗ ਵਿੱਚ ਬਹੁਤ ਸਾਰੇ ਸਿੱਖ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ ਤੇ ਸਰਸਾ ਦੇ ਜੰਗ ਸਮੇਂ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਘਮਸਾਣ ਦਾ ਜੰਗ ਜਦੋਂ ਕੁਝ ਸ਼ਹੀਦੀ ਬੇਅੰਤ ਫੌਜਾਂ ਪਾ ਗਈਆਂ, ਗੁਰੂ ਜੀ 7 ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਜਾਣ ਦਾ ਫੈਸਲਾ ਕਰ ਲਿਆ। ਸੋ ਇਸ ਤਰ੍ਹਾਂ ਅੱਗੇ ਦੱਸਿਆ ਹੈ ਕਿ ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਆ ਬਰਾਜੇ। ਅਗਲੇ ਦਿਨ 8 ਪੋਹ ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇੱਕ ਪਾਸੇ ਕੇਵਲ ਭੁੱਖੇ ਤੇ ਕਈਆਂ ਦਿਨਾਂ ਦੇ ਥੱਕੇ 40 ਸਿੰਘ, ਦੂਜੇ ਪਾਸੇ ਲੱਖਾਂ ਦੀ ਗਿਣਤੀ ਹੈ। ਤੇ ਗੁਰੂ ਕੀ ਸਾਧ ਸੰਗਤ ਇਹਨਾਂ ਫਿਰ ਵੀ ਕੋਈ ਪਰਵਾਹ ਨਹੀਂ ਕੀਤੀ, ਉਹਨਾਂ ਦੇ ਛੱਕੇ ਛਡਾ ਦਿੱਤੇ। ਧਰਤੀ ਦੇ ਬੇਅੰਤ ਖੂਨ ਡੁੱਲਿਆ ਸ਼ਹੀਦਾਂ ਦਾ। ਗੁਰੂ ਕੀ ਸਾਧ ਸੰਗਤ ਗੁਰੂ ਕੇ ਸਿੱਖ ਤਨ ਮਨ ਵਾਰ ਦਿੱਤਾ, ਆਪਣਾ ਅੱਗੇ ਹੋ ਕੇ ਲੜਦੇ ਰਹੇ ਤੇ ਵੈਰੀ ਦਲ ਦੇ ਨਾਲ ਜੂਝਦੇ ਹੋਏ ਬੇਅੰਤ ਸਿੰਘ ਸ਼ਹੀਦੀ ਪਾ ਗਏ। ਤੇ ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਹਨਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਤੇ ਇਸੇ ਤਰ੍ਹਾਂ ਗੁਰੂ ਕੀ ਸਾਧ ਸੰਗਤ ਇਹਨਾਂ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਮਗਰੋਂ ਬਾਬਾ ਜੁਝਾਰ ਸਿੰਘ ਜੀ ਵੀ ਇਸੇ ਤਰ੍ਹਾਂ ਆਪਣਾ ਜਿਹੜਾ ਸੀ ਉਹ ਪਹਿਰਾ ਲਾ ਕੇ ਦੁਸ਼ਮਣਾਂ ਨਾਲ ਜੂਝਦੇ ਹੋਏ ਆਪਣਾ ਜਿਹੜਾ ਜੀਵਨ ਸੀ ਉਹਨੂੰ ਸਫਲ ਕਰ ਗਏ। ਹੁਣ ਇਹ ਬੇਨਤੀ ਹੈ ਸੰਖੇਪ ਵਿੱਚ ਸਮਾਪਤੀ ਵੇਲੇ, ਚਮਕੌਰ ਦੇ ਤੀਸਰੇ ਦਿਨ ਬਾਕੀ 11 ਸਿੱਖ ਬਚੇ। ਗੁਰੂ ਸਾਹਿਬ ਦੇ ਦੋਨੋਂ ਸਾਹਿਬਜ਼ਾਦੇ ਤੇ ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ। ਇਹ ਗੱਲ ਤੈਅ ਸੀ ਕਿ ਸਵੇਰੇ ਸਾਰੇ ਸਿੰਘਾਂ ਨੇ ਸ਼ਹੀਦ ਹੋ ਜਾਣਾ ਹੈ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਮਹਾਰਾਜ ਜੀ ਇੱਥੇ ਇਸੇ ਜੰਗ ਵਿੱਚ ਜੂਝ ਗਏ ਤਾਂ ਪਿੱਛੋਂ ਕੌਮ ਦੀ ਅਗਵਾਈ ਕੌਣ ਕਰੇਗਾ। ਸੋ ਗੁਰੂ ਕੀ ਸਾਧ ਸੰਗਤ 5 ਸਿੱਖਾਂ ਨੇ, ਜਿਵੇਂ ਬੇਨਤੀ ਅੱਗੇ ਆਪ ਜੀ ਨੂੰ ਦੱਸੀ ਗਈ ਹੈ,
महाराज दे कोल आके बेनती की, महाराज आप गढ़ी तो चले जाओ, ਅਸੀਂ ਜਿੰਨੇ ਜੋਗੇ ਤੁਹਾਡੀ ਕਿਰਪਾ ਦੇ ਨਾਲ ਇੱਥੇ ਡਟੇ ਹਾਂ, ਸਾਨੂੰ ਕੋਈ ਪਰਵਾਹ ਨਹੀਂ। ਪੰਜ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਬਖਸ਼ੀ ਤਾਕਤ ਦੀ ਯਾਦ ਦਿਵਾਈ ਕਿ ਮਹਾਰਾਜ ਆਪ ਜੀ ਦਾ ਹੁਕਮ ਹੈ, ਇਸ ਕਰਕੇ ਸਾਡੀ ਇਹ ਬੇਨਤੀ ਪ੍ਰਵਾਨ ਕਰੋ। ਇਹ ਹੁਕਮ ਟਾਲਿਆ ਨਹੀਂ ਜਾ ਸਕਦਾ। ਨਾ ਦਿਲ ਹੁੰਦਿਆਂ ਵੀ ਉਹਨਾਂ ਨੇ ਗੜੀ ਚੋਂ ਨਿਕਲਣਾ, ਉਹਨਾਂ ਨੂੰ ਜਾਣਾ ਪਿਆ, ਪਰ ਸ਼ਰਤ ਰੱਖੀ ਕਿ ਮੁਗਲਾਂ ਨੂੰ ਵਿਗਾੜ ਕੇ ਜਾਵਾਂਗੇ, ਅਸੀਂ ਚੋਰੀ ਨਹੀਂ ਜਾਣਾ। ਬੁਰਜ 'ਤੇ ਖੜ੍ਹੇ ਹੋ ਕੇ ਨਰਸਿੰਘਾ ਵਜਾਇਆ, 3 ਵਾਰੀ ਤਾੜੀ ਵਜਾਈ ਤੇ 3 ਵਾਰੀ ਉੱਚੀ ਆਵਾਜ਼ ਵਿੱਚ ਕਿਹਾ, ਪੀਰੇ ਹਿੰਦ ਮੇ ਰਵਦ, ਪੀਰੇ ਹਿੰਦ ਮੇ ਰਵਦ। ਇਹ ਮਹਾਰਾਜ ਦੀ ਲਿਖਤ ਦਾ ਬਚਨ ਹੈ, ਕੋਈ ਕੋਲੋਂ ਨਹੀਂ। ਇਹਨੂੰ ਭਾਵੇਂ ਕੋਈ ਕਿੰਨਾ ਪ੍ਰਚਾਰਕ ਉਲਟ ਕਰੇ, ਪਰ ਮਹਾਰਾਜ ਦੇ ਬਚਨ ਜਿਹੜੇ ਸੱਚ ਹਨ। ਸੋ ਗੁਰੂ ਕੀ ਸਾਧ ਸੰਗਤ ਤਾਰਿਆਂ ਦੀ ਛਾਵੇਂ ਗੜੀ ਵਿੱਚੋਂ ਬਾਹਰ ਨਿਕਲ ਗਏ। ਆਪਣਾ ਚੋਲਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ, ਜਿਨ੍ਹਾਂ ਦਾ ਮਹਾਂਦਰਾ ਤੇ ਕੱਦ ਉਹਨਾਂ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ, ਜਿਸ ਦੀ ਅਗਵਾਈ ਬਹਾਦਰੀ ਤੇ ਵਫਾਦਾਰੀ ਦਾ ਉਹਨਾਂ ਨੂੰ ਪੂਰਾ ਭਰੋਸਾ ਸੀ। ਕਿਉਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਇਹ ਵੀ ਦੋਨੋਂ ਭਰਾ ਸੀ। ਇਹਨਾਂ ਨੇ ਗ੍ਰਸਤ ਨਹੀਂ ਸੀ ਧਾਰਨ ਕੀਤਾ, ਵਿਆਹ ਨਹੀਂ ਕਰਾਇਆ, ਗੁਰੂ ਦੀ ਸੇਵਾ ਵਿੱਚ ਹੀ ਸਾਰੀ ਉਮਰ ਇਹਨਾਂ ਨਿਭਾਈ ਹੈ। ਇਸ ਕਰਕੇ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰ ਗਏ। ਤੇ ਗੁਰੂ ਕੀ ਸਾਧ ਸੰਗਤ ਇਹ ਬਾਬਾ ਸੰਗਤ ਸਿੰਘ ਜਿਹੜਾ ਸੀ, ਇਹਨੇ ਮਹਾਰਾਜ ਦੇ 14 ਜੰਗਾਂ ਜਿਹੜੀਆਂ ਹੋਈਆਂ ਉਹਨਾਂ 'ਚੋਂ 13 ਵਿੱਚ ਹਿੱਸਾ ਲਿਆ। ਕਿਉਂਕਿ 14ਵੀਂ ਜੰਗ ਜਿਹੜੀ ਮੁਕਤਸਰ ਵਾਲੀ ਹੈ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਹੋਈ ਹੈ। ਸੋ ਕਹਿਣ ਦਾ ਭਾਵ ਬਾਬਾ ਜੀਵਨ ਸਿੰਘ ਦੀ ਬੜੀ ਵੱਡੀ ਮਹਾਨ ਘਾਲਣਾ ਹੈ। ਪਰ ਜਿਵੇਂ ਜਿਵੇਂ ਜਿੱਥੇ ਜਿੱਥੇ ਪਰਮੇਸ਼ਰ ਨੇ ਭਾਣਾ ਵਰਤਾਉਣਾ ਸੀ ਉਹਦੇ ਅਨੁਸਾਰ ਉਹਨਾਂ ਆਪਣਾ ਫਰਜ਼ ਨਿਭਾਇਆ ਹੈ। ਜਿੰਨਾ ਵੀ ਇਹਨਾਂ ਦਾ ਸਤਿਕਾਰ ਹੋ ਜਾਵੇ ਵੱਧ ਤੋਂ ਵੱਧ ਓਨਾ ਹੀ ਚੰਗਾ ਹੈ। ਕਿਉਂਕਿ ਜਿਹੜੇ ਪਰਮੇਸ਼ਰ ਦਾ ਰੂਪ ਹੋ ਗਏ, ਸਤਿਗੁਰੂ ਜੀ ਕਹਿੰਦੇ ਜੇ ਇਹਨਾਂ ਨੂੰ ਕੋਈ ਬਹੁਤਾ ਵੱਡਾ ਆਖੀ ਜਾਊ, ਸਾਡੀ ਵਡਿਆਈ ਨਾਲ ਉਹਨਾਂ ਵੱਡੇ ਨਹੀਂ ਹੋਣਾ। ਜੇ ਅਸੀਂ ਮਾੜਾ ਕਵਾਂਗੇ ਤਾਂ ਉਹ ਨਿੱਕੇ ਨਹੀਂ ਹੁੰਦੇ। ਉਹਨਾਂ ਦੀ ਵਡਿਆਈ ਸਦਾ ਹੀ ਦਿਨ ਸਵਾਈ ਚੜ੍ਹਦੀ ਹੈ, ਸਦਾ ਹੀ ਸ਼ੋਭਾ ਵੱਧਦੀ ਹੈ। ਪਰ ਜਿਹੜਾ ਉਹਨਾਂ ਨੂੰ ਪ੍ਰੇਮ ਨਾਲ ਯਾਦ ਕਰਦਾ ਹੈ, ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ, ਭਾਈ ਉਹਦੇ ਵਿੱਚ ਸ਼ੁਭ ਗੁਣ ਆ ਜਾਂਦੇ ਹਨ। ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਸਾਨੂੰ ਮੰਨਣ ਦਾ ਜਿਹੜਾ ਜ਼ਰੂਰੀ ਫਰਜ਼ ਹੈ। ਮਹਾਰਾਜ ਕਿਰਪਾ ਕਰੇ ਜੋ ਵੀ ਦਿਨ ਦਿਹਾੜੇ ਮਨਾਏ ਜਾਂਦੇ, ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਤੋਂ ਬਲਿਹਾਰ ਜਾਈਏ। ਗੁਰੂ ਕੇ ਸਿੱਖਾਂ ਤੋਂ ਜਿਹੜੇ ਭਾਈ ਵੱਡੇ ਵਡੇਰਿਆਂ ਦੇ ਦਿਨ ਦਿਹਾੜੇ ਮਨਾਉਂਦੇ, ਗੁਰਪੁਰਬ ਮਨਾਉਂਦੇ ਤੇ ਉਹਨਾਂ ਦੀ ਸਿੱਖਿਆ ਨੂੰ ਮੰਨਣ ਦਾ ਯਤਨ ਕਰਦੇ ਹਨ, ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਪਰ ਉਹਨਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲਣ ਦਾ ਹੁਕਮ ਹੈ। ਮਹਾਰਾਜ ਕਿਰਪਾ ਕਰੇ। ਤੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਸਾਧ ਸੰਗਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਜ਼ਰੂਰੀ ਇਸ ਵੱਡੇ ਪ੍ਰਬੰਧ ਦੇ ਵਿੱਚੋਂ ਇੰਨਾ ਸਮਾਂ ਬਖਸ਼ਿਆ। ਮਹਾਰਾਜ ਕਿਰਪਾ ਕਰੇ। ਇਹ ਜੀਵ ਕੋਈ ਵਿਦਵਾਨ ਨਹੀਂ ਹੈ, ਇਹ ਇਹਨਾਂ ਗੁਰਮੁਖਾਂ ਪਿਆਰਿਆਂ ਦੇ ਹੁਕਮ ਅਨੁਸਾਰ ਹੀ ਇੰਨੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਇਹ ਬੇਨਤੀ ਜ਼ਰੂਰ ਹੈ ਕਿ ਭਾਈ ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰਨੀ ਚਾਹੀਦੀ। ਆਪਾਂ ਤਾਂ ਉਹਨਾਂ ਦੇ ਵਿੱਚੋਂ ਹੁਕਮ ਮੰਨਣਾ ਹੈ, ਜਿਹੜਾ ਚੰਗਾ ਬਚਨ ਉਹਨੂੰ ਧਾਰਨ ਕਰਨਾ ਹੈ। ਜਿਵੇਂ ਕੋਈ ਕਹਿ ਦਿੰਦਾ ਭਾਈ ਜੋਗਾ ਸਿੰਘ ਨੇ 1 ਲਾਂ ਛੱਡੀ, ਕੋਈ ਕਹਿੰਦਾ 2 ਛੱਡੀਆਂ। ਬਚਨ ਵਿੱਚੋਂ ਇਹ ਲੱਭਣਾ ਕਿ ਗੁਰੂ ਦੇ ਹੁਕਮ ਨੂੰ ਮੰਨ ਕੇ ਉਸੇ ਵੇਲੇ ਉਹ ਤਿਆਰ ਹੋ ਗਏ, ਜੋ ਗੁਰੂ ਦਾ ਹੁਕਮ ਸੀ ਉੱਧਰ ਤੁਰ ਪਏ। ਇਸੇ ਪ੍ਰਕਾਰ ਆਪਣੇ ਗੁਰੂ ਦੀ ਸ਼ਰਨ ਵਿੱਚ ਰਹੀਏ। ਜੇ ਭਾਈ ਇਹਨੂੰ ਛੱਡ ਕੇ ਹੋਰ ਕਿਤੇ ਵੀ ਜਾਵਾਂਗੇ, ਯਾਦ ਰੱਖੋ ਗੁਰੂ ਨਾਨਕ ਦੇ ਘਰ ਨੂੰ ਸਾਰੇ ਮੰਨਦੇ ਹਨ। ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਹਿੰਦੂ ਹੈ, ਜਿਨ੍ਹਾਂ ਦੇ ਕੋਲ ਕੋਈ ਧਰਮ ਹੈ, ਜੇ ਉਹ ਧਰਮੀ ਹੋਵੇਗਾ, ਭਾਵੇਂ ਕਿਸੇ ਧਰਮ ਦਾ ਧਾਰਨੀ ਹੈ, ਉਹ ਕਦੀ ਕਿਸੇ ਦਾ ਵਿਰੋਧ ਨਹੀਂ ਕਰੇਗਾ। ਅਤੇ ਜਿਹੜਾ ਕਿਸੇ ਦੇ ਧਰਮ ਦਾ ਵਿਰੋਧ ਕਰਦਾ ਉਹਦਾ ਆਪਣਾ ਵੀ ਕੋਈ ਧਰਮ ਨਹੀਂ ਹੁੰਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਿਵੇਂ ਆਪਾਂ ਨੂੰ ਆਪਣਾ ਧਰਮ ਪਿਆਰਾ, ਸਾਰਿਆਂ ਨੂੰ ਪਿਆਰਾ ਹੁੰਦਾ ਹੈ, ਪਰ ਬੇਨਤੀ ਇਹ ਹੈ ਕਿ ਭਾਈ ਆਪਣੇ ਆਪ ਨੂੰ ਗੁਰੂ ਕੇ ਸਿੱਖ ਕਹਾਉਣ ਵਾਲੇ ਇਸ ਗੁਰੂ ਦੀ ਸ਼ਰਨ ਵਿੱਚ ਰਹੀਏ। ਇਹਨੂੰ ਛੱਡ ਕੇ ਹੋਰ ਮਰਜ਼ੀ ਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਜਿਹੜੀਆਂ ਗੱਲਾਂ ਚਲਾਉਣੀਆਂ ਹਨ, ਇਹ ਦਾਸ ਕਾਰਨ ਨਹੀਂ ਤੇ ਕੋਈ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਉਪਰੰਤ ਜੋ ਇਹਨਾਂ ਗੁਰਮੁਖਾਂ ਪਿਆਰਿਆਂ ਨੇ ਗੁਰਮਤਾ ਪਾਸ ਕੀਤਾ ਹੈ ਨਗਰ ਕੀਰਤਨ ਦਾ, ਉਹ ਆਪ ਜੀ ਨੂੰ ਉੱਤੋਂ ਜਾਣੂ ਕਰਾਉਣਗੇ। ਇਸ ਨਿਮਾਣੇ ਨਿਤਾਣੇ ਅਣਜੀਵ ਨੂੰ ਇੱਥੇ ਖਿਮਾ ਦੇ ਜਾਜਕ ਬਣਾਉਣਾ, ਭੁੱਲਾਂ ਚੁੱਕਾਂ ਦੀ ਖਿਮਾ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਹਾਜ਼ਰੀ ਭਰੀ, ਗੁਰਬਾਣੀ ਦਾ ਸਤਿਕਾਰ ਕੀਤਾ, ਮਹਾਰਾਜ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ, ਉਹਦੇ ਚਰਨਾਂ ਦਾ ਪ੍ਰੇਮ ਗੁਰਸਿੱਖੀ ਜਿਨ ਬਖਸ਼ਣਾ। ਨਾਨਕ ਨਾਮ ਚੜ੍ਹਦੀ ਕਲਾ।